हाय फ्रेंड्स, ਅੱਜ ਆਪਾਂ ਸੋਲਵ ਕਰਾਂਗੇ ਅਗਸਤ 2014 ਦਾ ਪੀਐਸ ਸਟੇਟ, ਜਿਸ ਦੇ ਵਿੱਚ ਆਪਾਂ ਸਾਇੰਸ ਪੋਰਸ਼ਨ ਸੋਲਵ ਕਰਾਂਗੇ, ਜਿਸ ਦੇ ਵਿੱਚ ਕੁਐਸਚਨ ਨੇ ਜੀ 121 ਤੋਂ ਲੈ ਕੇ 150 ਤੱਕ। ਕੁਐਸਚਨ ਨੰਬਰ 121 ਹੈ ਜੀ ਆਪਣੇ ਲਵੇ, ਐਲੂਮੀਨੀਅਮ ਫੋਇਲ ਆਰ ਪੋਸੀਬਲ ਬਿਕੋਜ਼ ਐਲੂਮੀਨੀਅਮ ਇਜ਼, यानी कि ये ਜਿਹੜੀਆਂ ਪ੍ਰੋਪਰਟੀਜ਼ ਦਿੱਤੀਆਂ ਹੁੰਦੀਆਂ ਨੇ ਸਾਰੀ ਦੀਆਂ ਸਾਰੀਆਂ ਮੈਟਲ ਦੀਆਂ ਦਿੱਤੀਆਂ ਹੋਈਆਂ ਨੇ ਜੀ ਆਪਾਂ ਨੂੰ, ਔਰ ਇਸ ਦੇ ਵਿੱਚ ਦੱਸਣਾ ਕਿ ਕਿਹੜੀ ਪ੍ਰੋਪਰਟੀ ਕਰਕੇ ਆਪਾਂ ਐਲੂਮੀਨੀਅਮ ਫੋਇਲ ਬਣਾਉਣੇ ਆ। ਦੇਖੋ ਐਲੂਮੀਨੀਅਮ ਫੋਇਲ ਕੀ ਹੁੰਦਾ, ਜਿਹੜਾ ਆਪਾਂ ਘਰਾਂ ਦੇ ਵਿੱਚ ਖਾਣਾ ਪੈਕ ਕਰਨ ਵਾਸਤੇ ਜਿਹਨੂੰ ਆਪਾਂ ਸਿਲਵਰ ਪੇਪਰ ਕਹਿ ਦਿੰਦੇ ਹਾਂ ਉਹ ਹੁੰਦਾ ਜੀ। ਔਰ ਐਲੂਮੀਨੀਅਮ ਉਹ ਇੱਕ ਸ਼ੀਟ ਦੀ ਤਰ੍ਹਾਂ ਕੰਮ ਕਰਦਾ। ਜਿਹੜੀ ਸ਼ੀਟ ਦੀ ਪ੍ਰੋਪਰਟੀ ਹੁੰਦੀ ਹੈ ਉਹ ਕੌਣ ਦੱਸਦੀ ਹੈ ਜੀ, ਇਹ ਵਾਲਾ ਹੈ ਮੈਲੇਏਬਲ। ਇਹ ਸ਼ੀਟ ਦੀ ਪ੍ਰੋਪਰਟੀ ਦੱਸਦਾ ਜੀ। ਸਨੋਰਸ ਆਪਾਂ ਨੂੰ ਦੱਸਦਾ ਜੀ ਜਦੋਂ ਹਾਰਡ ਸਰਫੇਸ ਦੇ ਨਾਲ ਇਹ ਟੱਚ ਕਰਦਾ ਤਾਂ ਇੱਕ ਸਾਊਂਡ ਪ੍ਰੋਡਿਊਸ ਕਰਦਾ, ਤਾਂ ਉਹਨੂੰ ਕੀ ਕਹਿੰਦੇ ਨੇ, ਸਨੋਰਸ। ਜਦੋਂ ਹਾਰਡ ਸਰਫੇਸ ਦੇ ਨਾਲ ਟੱਚ ਕਰਦਾ ਜੀ, ਹਾਰਡ ਸਰਫੇਸ ਮੈਕ ਸਾਊਂਡ, ਠੀਕ ਹੈ ਜੀ। ਔਰ ਡਕਟਾਈਲ ਕੀ ਹੁੰਦੇ ਆ ਕਿ ਉਹ ਵਾਲੀ ਮੈਟਲ ਦੀਆਂ ਆਪਾਂ ਵਾਇਰ ਬਣਾ ਸਕਦੇ ਹਾਂ, ਠੀਕ ਹੈ ਜੀ, ਵਾਇਰ ਬਣੇ ਹੁੰਦੇ। ਇਲੈਕਟੋਰਸ ਕੀ ਹੁੰਦਾ, ਇਲੈਕਟੋਰਸ ਹੁੰਦਾ ਸ਼ਾਈਨਿੰਗ ਸਰਫੇਸ। ਜੋ ਜਿੰਨੇ ਵੀ ਮੈਟਲ ਨੇ ਆਪਣੇ ਲਈ ਕੀ ਹੁੰਦੀਆਂ ਨੇ, ਸ਼ਾਈਨਿੰਗ ਹੁੰਦੀਆਂ ਨੇ ਜੀ। ਇਹ ਪ੍ਰੋਪਰਟੀਜ਼ ਨੇ ਕੁਛ ਮੈਟਲਸ ਦੀਆਂ, ਠੀਕ ਹੈ ਜੀ। ਕੁਐਸਚਨ ਨੰਬਰ 120, ਇਸ ਦੇ ਵਿੱਚ ਆਪਸ਼ਨ ਕਿਹੜੀ ਹੈ, 1 ਕਰੈਕਟ ਹੋ ਜੂਗੀ। ਕੁਐਸਚਨ ਨੰਬਰ 122 ਹੈ ਜੀ, ਰਦਰਫੋਰਡ ਮੋਡਲ ਆਫ ਐਟਮ ਵਾਜ਼ ਅਨਏਬਲ ਟੂ ਐਕਸਪਲੇਨ। ਰਦਰਫੋਰਡ ਇਹਨਾਂ ਵਿੱਚੋਂ ਕਿਹੜੀ ਚੀਜ਼ ਐਕਸਪਲੇਨ ਨਹੀਂ ਕਰ ਸਕਿਆ ਜੀ। ਦੇਖੋ ਸਭ ਤੋਂ ਪਹਿਲਾਂ ਜੋ ਮਾਡਲ ਦਿੱਤਾ ਸੀ ਉਹ ਥੋਮਸ ਨੇ ਦਿੱਤਾ ਸੀ ਆਪਾਂ ਨੂੰ ਜੀ। ਥੋਮਸ ਕਹਿੰਦਾ ਸੀ ਕਿ ਐਟਮ ਦਾ ਜੋ ਮਾਡਲ ਹੈ ਨਾ ਉਹ ਵਾਟਰਮੈਲੋਨ ਦੀ ਤਰ੍ਹਾਂ ਹੈ। ਕਿਸ ਤਰ੍ਹਾਂ ਆ ਕਿ ਜਿਹੜੇ ਆ ਬੇਸ ਪੈਨ ਹੈ, ਸੀਡਸ ਪੈਨ ਹੈ, ਇਹ ਸਾਰੇ ਸਾਰੇ ਇਲੈਕਟ੍ਰੋਨ ਨੇ ਜੀ। ਔਰ ਬਾਕੀ ਜਿਹੜਾ ਸਰਫੇਸ ਹੈ ਪੋਜ਼ਿਟਿਵ ਸਰਫੇਸ ਦੀ ਤਰ੍ਹਾਂ ਕੰਮ ਕਰਦਾ ਜੀ, ਠੀਕ ਹੈ ਜੀ। ਯਾਨੀ ਕਿ ਇਹ ਵਾਟਰਮੈਲੋਨ ਹੈ ਜੀ ਕਹਿੰਦਾ। ਲੇਕਿਨ ਉਸ ਤੋਂ ਬਾਅਦ ਸੈਕਿੰਡ ਨੰਬਰ 'ਤੇ ਆਇਆ ਰਦਰਫੋਰਡ। ਰਦਰਫੋਰਡ ਨੇ ਆ ਕੇ ਜੀ ਐਕਸਪਲੇਨ ਕੀਤਾ ਐਲਫਾ ਸਕੈਟਰਿੰਗ ਐਕਸਪੈਰੀਮੈਂਟ ਦੇ ਨਾਲ ਜੀ। ਜਦੋਂ ਐਲਫਾ ਸਕੈਟਰਿੰਗ ਐਕਸਪੈਰੀਮੈਂਟ ਦੇ ਨਾਲ ਉਹਨੇ ਐਕਸਪਲੇਨ ਕੀਤਾ ਜੀ, ਤਾਂ ਉਹਨੇ ਸਭ ਕੁਝ ਦੱਸਤਾ ਕਿ ਜਿਹੜਾ ਸਰਫੇਸ ਆ ਉਹ ਸਾਰਾ ਦਾ ਸਾਰਾ ਜਿਹੜਾ ਕੀ ਹੈ ਖਾਲੀ ਜਗ੍ਹਾ ਆਪਣੇ ਲਵੇ ਪੋਜ਼ਿਟਿਵ ਹੈ, ਅਤੇ ਕਿਤੇ ਪੂਰੇ ਸਰਫੇਸ ਦੇ ਉੱਤੇ ਪੋਜ਼ਿਟਿਵ ਨੈਗੇਟਿਵ ਉਹ ਚਾਰਜ ਹੈ ਜੀ, ਔਰ ਸੈਂਟਰ ਦੇ ਵਿੱਚ ਪੋਜ਼ਿਟਿਵ ਹੈ ਜੀ, ਠੀਕ ਹੈ ਜੀ। ਤਾਂ ਉਹ ਕਿ ਔਰ ਇਹ ਕਹਿ ਰਿਹਾ ਸੀ ਕਿ ਰਦਰਫੋਰਡ ਕਿ ਇਹ ਇਲੈਕਟ੍ਰੋਨ ਜਿਹੜੇ ਨੇ ਨਾ, ਜਿਹੜਾ ਨੈਗੇਟਿਵ ਚਾਰਜ ਹੈ ਇਲੈਕਟ੍ਰੋਨ ਨੇ, ਇਹ ਰਿਵੋਲਵ ਕਰ ਰਹੇ ਨੇ। ਬਟ ਜੇ ਰਿਵੋਲਵ ਕਰਨ ਤੋਂ એનર્ਜੀ ਡਿਕਰੀਜ਼ ਹੋਊਗੀ। ਜਦੋਂ એનર્ਜੀ ਡਿਕਰੀਜ਼ ਹੋਊਗੀ ਤਾਂ ਇੱਕ ਦਿਨ ਐਸਾ ਹੋਊਗਾ ਕਿ ਇਲੈਕਟ੍ਰੋਨ ਇਸ ਦੇ ਵਿੱਚ ਨਿਊਕਲੀਅਸ ਦੇ ਵਿੱਚ ਗਿਰ ਜਾਣਗੇ, ਕਿਉਂਕਿ ਪੋਜ਼ਿਟਿਵ ਚਾਰਜ ਜੋ ਹੁੰਦਾ ਜੀ ਅਟਰੈਕਟ ਹੁੰਦਾ ਨੈਗੇਟਿਵ ਚਾਰਜ ਵੱਲ ਨੂੰ। ਤਾਂ ਔਰ ਇੱਕ ਦਿਨ ਇਹ ਫਿਰ ਐਟਮ ਕੀ ਹੋ ਜੂਗੀ, ਖਤਮ ਹੋ ਗਈ। ਬਟ ਆਪਾਂ ਕੀ ਕਹਿੰਦੇ, ਐਟਮ ਕੀ ਹੈ, ਇੱਕ ਸਟੇਬਲ ਹੈ। ਤਾਂ ਇਸ ਕਰਕੇ ਇਹ ਵਾਲੇ ਇਸ ਚੀਜ਼ ਨੂੰ ਰਦਰਫੋਰਡ ਐਕਸਪਲੇਨ ਨਹੀਂ ਕਰ ਸਕਿਆ ਸੀ, ਯਾਨੀ ਕਿ ਸਟੇਬਿਲਿਟੀ ਨੂੰ ਉਹ ਨਹੀਂ ਦੱਸ ਸਕਿਆ ਜੀ। ਤਾਂ ਇਸ ਦੇ ਵਿੱਚ ਕੀ ਹੋ ਜਾਊਗਾ, ਰਦਰਫੋਰਡ ਆਫ ਐਲਫਾ ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ, ਨਿਊਟਰੈਲਿਟੀ ਆਫ ਐਟਮ, ਰਿਜ਼ਲਟੈਂਟ ਆਫ ਦੀ ਕੈਥੋਡ ਰੇਜ਼ ਐਕਸਪੈਰੀਮੈਂਟ, ਜਾਂ ਸਟੇਬਿਲਿਟੀ ਆਫ ਦੀ ਐਟਮ। ਤਾਂ ਇਹਦੇ ਵਿੱਚ ਆਪਸ਼ਨ ਨੰਬਰ ਡੀ ਕਰੈਕਟ ਹੋ ਜਾਊਗਾ ਜੀ। ਸਟੇਬਿਲਿਟੀ ਆਫ ਐਨ ਐਟਮ ਦੀ ਉਹ ਅੱਛੀ ਤਰ੍ਹਾਂ ਐਕਸਪਲੇਨ ਨਹੀਂ ਕਰ ਸਕਿਆ ਜੀ। ਉਸ ਤੋਂ ਬਾਅਦ 123 ਦੇਖੋ ਜੀ, ਫॉर प्रोटेक्टिंग ए सेंसिटिव इक्विपमेंट फ्रॉम दी एक्सटर्नल मैगनैटिक फील्ड। कोई एक्सटर्नल मैगनैटिक फील्ड तो अपने कोई ऐसा सेंसिटिव अपने लवे कोई चीज़ है जिहड़ी कि अपने मैगनेट तो बचानी है, ठीक है जी। इट शुड भी किवें बचाई जा सकती है, प्लेस इनसाइड दी आयरन कैन, आयरन के कैन दे विच रख दी आपां उहनूं कवर कर दईए। दूसरा रैप्ड विद द इंसुलेटेड वायर थ्रू विच ਦੀ ਕਰੰਟ ਪਾਸ, ਏਸੀਐਮ ਵਾਇਰ ਦੇ ਨਾਲ, ਇਨਸੂਲੇਟਡ ਵਾਇਰ ਦੇ ਨਾਲ ਆਪਾਂ ਕਵਰ ਕਰਦੇ ਹਾਂ, ਜਿਸ ਦੇ ਵਿੱਚ ਦੀ ਕਰੰਟ ਪਾਸ ਕੀਤਾ ਜਾਵੇ, ਠੀਕ ਹੈ ਜੀ। ਦੇਖੋ ਕਰੰਟ ਪਾਸ ਕਰਾਂਗੇ ਤਾਂ ਉਹ ਆਪਣੇ ਆਲੇ ਦੁਆਲੇ ਇੱਕ ਹੋਰ ਮੈਗਨੈਟਿਕ ਫੀਲਡ ਬਣਾ ਲਓ, ਜਿਸ ਕਰਕੇ ਉਹ ਇਫੈਕਟ ਕਰੂਗਾ ਇਹਨੂੰ, ਠੀਕ ਹੈ ਜੀ। ਆਪਸ਼ਨ ਨੰਬਰ ਸੀ ਦੇਖੋ ਜੀ, ਸਰਾਊਂਡਡ ਵਿਦ ਦੀ ਫਾਈਨ ਕਾਪਰ ਗੋਇਜ਼, ਇਹ ਵੀ ਬਹੁਤ ਇਹਨਾਂ ਦੀ ਪਰਮੇਬਿਲਿਟੀ, ਇਹ ਸਾਰੀਆਂ ਕੀ ਹੈ, ਪਰਮੇਬਿਲਿਟੀ ਦੇ ਉੱਤੇ ਡਿਪੈਂਡ ਕਰ ਦਿੰਦੇ। ਤਾਂ ਸਭ ਤੋਂ ਜ਼ਿਆਦਾ ਜਿਹੜੀ ਪਰਮੇਬਿਲਿਟੀ ਹੁੰਦੀ ਹੈ ਉਹ ਕਿਹਦੀ ਹੁੰਦੀ ਹੈ, ਆਇਰਨ ਦੀ ਹੁੰਦੀ ਹੈ। ਜਦੋਂ ਆਪਾਂ ਆਇਰਨ ਦੇ ਨਾਲ ਕਵਰ ਕਰਦੇ ਹਾਂ ਤਾਂ ਜਿੰਨੇ ਵੀ ਮੈਗਨੈਟਿਕ ਫਲਕਸ ਹੁੰਦੇ ਨੇ ਆਪਣੇ ਅੰਦਰ ਅਬਜ਼ੋਰਬ ਕਰ ਲੈਂਦਾ, ਜਿਸ ਕਰਕੇ ਇਸ ਨੂੰ ਇਫੈਕਟ ਨਹੀਂ ਆਉਂਦਾ ਹੈਗਾ, ਠੀਕ ਹੈ ਜੀ। ਤਾਂ ਇਹਦੇ ਵਿੱਚ ਆਪਸ਼ਨ ਨੰਬਰ ਏ ਕਰੈਕਟ ਹੋ ਜੂਗੀ। ਤਾਂ ਪਰਮੇਬਿਲਿਟੀ ਆਇਰਨ ਦੀ ਜ਼ਿਆਦਾ ਹੁੰਦੀ ਹੈ ਜੀ। ਨੈਕਸਟ ਦੇਖੋ ਜੀ 124 ਕੁਐਸਚਨ ਜੀ, ਇਫ ਸਾਊਂਡ ਵੇਵ ਆਫ ਫ੍ਰੀਕੁਐਂਸੀ 500 ਹਰਟਜ਼ ਐਂਡ ਆਫ ਵੇਵਲੈਂਥ 2.9 ਮੀਟਰ ਇਜ਼ ਟਰਾਂਸਮਿਟਡ ਥਰੂ ਦੀ ਵਾਟਰ, ਵਾਟਰ ਦੇ ਵਿੱਚ ਦੀ ਪਾਸ ਕੀਤੀ ਗਈ ਹੈ ਜੀ।
ਦੀ ਵੈਲੋਸਿਟੀ ਆਫ ਦੀ ਸਾਊਂਡ ਇਨ ਮੀਟਰ ਪਰ ਸਕਿੰਡ ਇਨ ਵਾਟਰ ਇਜ਼, ਵਾਟਰ ਦੇ ਵਿੱਚ ਵੈਲੋਸਿਟੀ ਕਿੰਨੀ ਹੋਊਗੀ ਜੀ। ਤਾਂ ਵੈਲੋਸਿਟੀ ਆਪਾਂ ਨੂੰ ਪਤਾ ਕਿਹਦੇ ਬਰਾਬਰ ਹੁੰਦੀ ਹੈ, ਮਿਊ ਇੰਟੂ ਲੈਮਡਾ। ਮਿਊ ਕਿੰਨਾ ਜੀ ਆਪਣੇ ਲਵੇ 500 ਔਰ ਲੈਮਡਾ ਕਿੰਨਾ ਆਪਣੇ ਲਵੇ 2.9, ਤਾਂ ਕਿੰਨਾ ਆ ਗਿਆ 500 इंटू 29 अपॉन 10, 0 0 ना कट हो गई जी। तो अपने लगे जो आंसर आ गया वो आ गया जी 1450। तो ऑप्शन नंबर बी करैक्ट हो जूगी जी ये। ठीक है जी, यह है जी क्वेश्चन नंबर 124 अपने लगे। उस तो बाद क्वेश्चन नंबर 125 देखो जी। 125 ਦੇ ਵਿੱਚ ਕੀ ਕਹਿੰਦਾ ਹੈ, एन इलैक्ट्रिक बल्ब इज़ रिलेटेड टू द 220 वोल्टेज है जी और 110 वाट है जी। और देखो जी 110 नहीं है 100 है जी पूरा जी। ठीक है, द पावर ऑफ द कंज्यूम्ड बाई इट वैन द ऑपरेट ऑन 110 ਦੇ ਉੱਤੇ ਵੋਲਟੇਜ ਦੇ ਉੱਤੇ ਜਦੋਂ ਆਪਰੇਟ ਕੀਤਾ ਜਾਊਗਾ ਤਦ ਦੱਸਣਾ ਜੀ ਆਪਾਂ ਨੇ ਪਾਵਰ ਕਿੰਨੀ ਕੰਜ਼ਿਊਮ ਕਰੂਗਾ। ਦੇਖੋ ਪਾਵਰ ਕਿਹਦੇ ਬਰਾਬਰ ਹੁੰਦੀ ਹੈ, P = V² अपॉन R। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਪਹਿਲਾਂ ਰਜਿਸਟੈਂਸ ਕੱਢ ਲਓ ਕਿਉਂਕਿ ਦੂਜੇ ਦੇ ਵਿੱਚ ਆਪਾਂ ਨੂੰ ਰਜਿਸਟੈਂਸ ਨਹੀਂ ਪਤਾ ਹੈਗਾ। ਤਾਂ R = V² अपॉन P। V ਕਿੰਨਾ ਆਪਣੇ ਲਈ ਜੀ 220, V² ਇਸ ਵਾਰੀ 2 टाइम लिखांगे ਆਪਾਂ ਜੀ, और पावर कितनी है 100। कटिंग हो जाएगी अपने लिए कितना आ गया 20 का स्क्वायर जी। ठीक है जी, उस तो बाद देखो अपने पता करनी है पावर। पावर कितने बराबर होगी V² अपॉन R। V कितना अपने लिए V² कितना जी हम 110 इंटू 110 अपॉन R कितना है 20 इंटू 20 का स्क्वायर से ना जी 20 इंटू 20। ये कट के गया 2, ये भी कट के गया 2, उरे भी 10 रह गया सी, उरे भी 10 आ गया 5 और ये भी आ गया अपने लिए 5। तो कितना 5 5 का 25 वाट आ जाऊगा जी अपने लिए 25 वाट। ऑप्शन नंबर 1 करैक्ट हो जाऊगा जी अपने लिए। नैक्सट देखो जी 126 ਦੇ ਵਿੱਚ देखो जी, अ गैल्वेनोमीटर एक्टिंग एज ए वोल्टमीटर विल हैव। गैल्वेनोमीटर देखो अपना गैल्वेनोमीटर एज ए वोल्टेज भी यूज़ कर सकते हैं और एज ए एमीटर भी यूज़ कर सकते हैं। जो आप वोल्टमीटर के तौर पर यूज़ करते हैं तो उस टाइम की होंगे जी, उस टाइम होंगे हाई रजिस्टेंस इन सीरीज़ के लग्या होना चाहिए। ठीक है जी, हाई रजिस्टेंस ये है वोल्टमीटर वास्ते जो यूज़ करना अपने एज ए वोल्टमीटर गैल्वेनोमीटर जी। और जो आपको कह दे वोल्टमीटर के तौर पर नहीं यूज़ करना जी, एमीटर के तौर पर यूज़ करना, तो उस टाइम जोड़ा है वो लो रजिस्टेंस इन पैरेलल ਦੇ ਵਿੱਚ ਹੋਣੀ ਚਾਹੀਦੀ ਹੈ। ਇਹ ਐਮੀਟਰ ਦੇ ਵਿੱਚ ਹੁੰਦਾ ਜੀ। ਐਮੀਟਰ ਦੇ ਵਿੱਚ ਆਪਾਂ ਲੋ ਰਜਿਸਟੈਂਸ ਲਗਾਉਣਾ ਇਨ ਪੈरेलल ਦੇ ਵਿਦ ਇਟਸ ਕੋਇਲ ਦੇ ਨਾਲ। ਠੀਕ ਹੈ ਜੀ, ਤਾਂ ਆਪਸ਼ਨ ਨੰਬਰ ਇਹਦੇ ਵਿੱਚ ਆਪਾਂ ਨੇ ਵੋਲਟਮੀਟਰ ਬਣਾਉਣਾ, ਤਾਂ ਆਪਸ਼ਨ ਨੰਬਰ C ਕਰੈਕਟ ਹੋ ਜਾਊਗਾ ਜੀ। ਨੈਕਸਟ ਦੇਖੋ 127 ਦੇ ਵਿੱਚ ਜੀ, ਵਟ ਇਜ਼ ਦੀ ਕਲੈਕਟਿਵ ਟਰਮ ਆਫ ਦੀ ਡਿਜ਼ੀਜ਼ ਕਾਜ਼ਿੰਗ ਬਾਈ ਦੀ ਮਾਈਕਰੋ ਆਰਗੈਨਿਜ਼ਮ। ਮਾਈਕਰੋ ਆਰਗੈਨਿਜ਼ਮ ਦੇ ਨਾਲ ਹੋਣ ਵਾਲੀ ਬਿਮਾਰੀ ਦਾ ਨਾਮ ਆਪਾਂ ਕੀ ਕਹਿੰਦੇ ਹਾਂ। ਦੇਖੋ ਮਾਈਕਰੋ ਆਰਗੈਨਿਜ਼ਮ ਚਾਹੇ ਆਪਣੇ ਜਿਹੜੇ ਮਾਈਕਰੋ ਆਰਗੈਨਿਜ਼ਮ ਨੇ, ਚਾਹੇ ਵਾਇਰਸ ਆ, ਚਾਹੇ ਬੈਕਟੀਰੀਆ, ਜਿਹੇ ਦੀ ਆਪਣੇ ਲਵੇ ਫੰਗੀ ਆ, ਜਿਹੇ ਦੀ ਅਲਜਾਈਆ ਔਰ ਜਿਹੇ ਪ੍ਰੋਟੋਜ਼ੋਆ, ਇਹਨਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਆਪਾਂ ਇੱਕ ਕਲੈਕਟਿਵਲੀ ਨਾਮ ਰੱਖਿਆ ਹੋਇਆ, ਉਹਨਾਂ ਨੂੰ ਕੀ ਕਿਹਾ ਜਾਂਦਾ ਪੈਂਥੋਜਨ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 128, ਡਿਜ਼ੋਲਵ ਗੈਸ ਪ੍ਰੈਜੈਂਟ ਇਨ ਦੀ ਐਸਿਡ ਰੇਨ। ਐਸਿਡ ਰੇਨ ਦੇ ਵਿੱਚ ਕੀ ਹੁੰਦਾ ਜੀ, ਇੱਕ ਤਾਂ ਨਾਈਟ੍ਰੋਜਨ ਆਕਸਾਈਡ ਹੁੰਦਾ ਜੀ, ਇੱਕ ਹੁੰਦਾ ਸਲਫਰ ਡਾਈਆਕਸਾਈਡ ਜੀ। ਸਲਫਰ ਡਾਈਆਕਸਾਈਡ ਹੁੰਦਾ, ਤਾਂ ਇਸ ਦਾ ਮਤਲਬ ਕੀ ਹੋ ਗਿਆ, ਇਹਦੇ ਵਿੱਚ ਬੋਥ C ਆਪਸ਼ਨ ਕਰੈਕਟ ਹੋ ਜੂਗੀ, ਬੋਥ A ਐਂਡ B। ਨੈਕਸਟ ਦੇਖੋ ਜੀ 129 ਜੀ, ਫॉर ए ਟੈਲੀਵਿਜ਼ਨ ਸੈਟ ਰਨਿੰਗ 5 ਆਵਰ ਅ ਡੇ। ਇੱਕ ਦਿਨ ਦੇ ਵਿੱਚ 5 ਘੰਟੇ ਚੱਲਦਾ ਜੀ। ਉਸ ਤੋਂ ਬਾਅਦ ਆ ਚਾਰਜ ਆਫ 4.6 × 10⁴ ਕੂਲਮ ਇਜ਼ ਪਾਸਡ। ਉਹਦੇ ਵਿੱਚ ਚਾਰਜ ਅੰਨਾ ਪਾਸ ਹੁੰਦਾ ਜੀ। ਦੀ ਕਰੰਟ, ਤਾਂ ਉਸਨੇ ਕਰੰਟ ਕਿੰਨਾ ਉਹਦੇ ਵਿੱਚ ਨਿਕਲੂਗਾ, ਪਾਸ ਹੋਊਗਾ। ਠੀਕ ਹੈ ਜੀ, ਤਾਂ ਆਪਾਂ ਨੂੰ ਪਤਾ ਕਿ ਕਰੰਟ ਕਿਹਦੇ ਬਰਾਬਰ ਹੁੰਦਾ ਜੀ, I = Q/T। ਤਾਂ Q ਆਪਾਂ ਨੂੰ ਕਿੰਨਾ ਦਿੱਤਾ ਹੈ 4.6 × 10⁴। ਕਰੰਟ ਕਿੰਨਾ ਤਾਂ 5 ਆਵਰ ਦਿੱਤਾ ਹੈ। ਇਸਦਾ ਮਤਲਬ ਹੈ SI ਯੂਨਿਟ ਦੇ ਵਿੱਚ ਕਨਵਰਟ ਕਰਨਾ ਪਊ। SI ਯੂਨਿਟ ਕੀ ਹੁੰਦੇ ਨੇ ਜੀ, ਟਾਈਮ ਦੇ ਸੈਕਿੰਡ, ਤੋਂ ਇਹਨੂੰ ਸੈਕਿੰਡ ਦੇ ਵਿੱਚ ਚੇਂਜ ਕਰਨਾ ਪਊਗਾ। ਮਿੰਟ ਦੇ ਵਿੱਚ ਹੋ ਗਿਆ, ਹੁਣ ਸੈਕਿੰਡ ਦੇ ਵਿੱਚ ਹੋ ਗਿਆ ਜੀ। ਤਾਂ ਉਸ ਤੋਂ ਬਾਅਦ ਅੱਗੇ ਦੇਖੋ ਜੀ, ਇਹਨੂੰ 4.6 ਲਿਖ ਲਿਆ, ਇਹਨੂੰ ਮੈंने 40 और इसका
मैंने वैसे ही और ਇਹਦਾ जो पॉइंट हटाया सी अपने ਉਹਦਾ 10 बना लिया। ठीक है जी। ਹੁਣ कटिंग कर दो जी। कटिंग करके देखो 3 0 नाल गई जी। 5 1 जा 5 5 2 जा 10। उस तो बाद देखो जी अपने लवे 2 ਦੇ टेबल ਤੇ गई 3 2 3 ਇਹਨੂੰ ਮਲਟੀਪਲਾਈ ਕਰ ਦਿਓ ਜੀ। 23 ਨੂੰ 2 ਨਾਲ ਕਰਿਆ 46 अपॉन 18। ये अपने लिए कटिंग करके आ गया जी 2.5 एम्पीयर जी करंट। तो अन्ना करंट पास होगा जी। तो ऑप्शन नंबर 1 करैक्ट हो जूगी जी। क्वेश्चन नंबर 130 देखो जी। द वेट ऑफ द ऑब्जेक्ट इन द कोल माइन अपना मान लो अपने लिए सरफेस है। ठीक है ना, सी सरफेस है। उरे जो वेट है वो समथिंग कुछ होगा और अपन नीचे चले गए तो कोल माइन एट सी लैवल एंड द टॉप ऑफ द माउंटेन आर रिस्पैक्टिवली W1 जोड़ा या वो कोल माइन सी लैवल के उत्ते W2 है और उस तो बाद आप एक पहाड़ से चढ़ गए जी। उसके बाद उत्ते है W3। तो उस तो बाद पूछ रहा हो दैन द वेट की फर्क होगा इन्होंने वेट के फर्क होगा। देखो अपन पता कि ग्रेविटी सब तो ज़्यादा सरफेस के उत्ते होंगी है। कितनी होंगी 9.8 सब तो ज़्यादा। जो आप उपर जाने तद भी ग्रेविटी घटती है, जो नीचे जाने तो ग्रेविटी तद भी घटती है। तो सब तो ज़्यादा कितने होगा वेट अपना सरफेस ऑफ द सी के उत्ते। ठीक है नहीं। तो W2 जो होगा वो W3 तो भी बड़ा होगा और W1 तो भी बड़ा होगा। तो ऑप्शन नंबर ए करैक्ट हो जूगी अपनी। नेक्स्ट देखो जी 131 द क्रिटिकल टेम्परेचर ऑफ द वाटर इज हायर दैन दैट ऑफ द ऑक्सीजन बिकॉज द वाटर मोलिकूल हैज़। देखो क्रिटिकल टेम्परेचर जो वाटर का ना वो ऑक्सीजन के नालों ज़्यादा किस कारण करके ज़्यादा है। तो अपन पता है कि जो ऑक्सीजन है वाटर है वाटर के देखो ऑक्सीजन जो बनाता ना V शेप तो एक बनाता है जी। ये इत्थे पॉजिटिव इत्थे पॉजिटिव और डेल्टा नैगेटिव। ठीक है जी। तो एक ही बन गया पॉजिटिव नैगेटिव। ठीक है ना। तो एक बन गया एक डाईपोल मोमेंटम बन गया डाईपोल मोमेंट करके की होंदा या ये बॉन्ड ऑफ अट्रैक्शन यानी कि बॉन्ड ऑफ अट्रैक्शन बहुत ज़्यादा होंगे ने बॉन्ड बहुत ज़्यादा मजबूत स्ट्रोंग होंगे ने जिस करके की होंदा है बॉइलिंग पॉइंट जो क्रिटिकल टैंपरेचर वो हाई हो जाता है जिस करके ऑप्शन नंबर डी करैक्ट हो चुकी जी। नेक्स्ट देखो व्हाट इज़ द करैक्ट सीक्वेंस ऑफ द ऑकरेंस इन द नाइट्रोजन साइकिल स्टार्टिंग फ्रॉम द नाइट्रोजन गैस। नाइट्रोजन गैस तो शुरू करना जी अपने। तो इस देखो क्वेश्चन नंबर 132 है जी। सब तो पहला देखो नाइट्रोजन फिक्सेशन होंगी है। ये अपन नाइट्रोजन सर्कल पढ़े नाइट्रोजन फिक्सेशन होंगी है जी जिन्होंने आप कहने N2। उस तो बाद अपने लिए बनते हैं अमोनीफिकेशन होंगी है जी जिन्होंने आप कहने NH4। ये होंगी है अमोनीफिकेशन हो जाती है। उस तो बाद नैक्सट बनते हैं अपने लिए नाइट्रीफिकेशन हो जाती है NO3 2 नैगेटिव जा बनते हैं या NO नाइट्रीफिकेशन की होंगे नाइट्रेट भी बनते हैं और नाइट्राइट भी बनते हैं। ठीक है जी। 2 नैगेटिव होंगे ये की होंगे नाइट्रीफिकेशन। उस तो बाद अपने लिए की फिर हो जाती है जब ये नाइट्रीफिकेशन हो जाती है दोबारा फिर वापस नाइट्रोजन के फिर कन्वर्ट हो जाता जिन्होंने कहते हैं डी नाइट्रीफिकेशन डीनाइट्रीफिकेशन आते। तो अपने लिए ये सीक्वेंस बनती है। देखो सब तो पहला की होंगे नाइट्रोजन फिक्सेशन नंबर 1 पर आ जाऊगा। उस तो बाद अमोनीफिकेशन होंगी अमोनीफिकेशन 2 नंबर पर आ जाऊगा। उस तो बाद होंगे नाइट्रीफिकेशन 3 नंबर पर आती है और उस तो बाद डीनाइट्रीफिकेशन 4th नंबर पर आती है। तो देखो हम ऑप्शन नंबर 4 कि फिर सैकंड नंबर पर की आता जी अपने लिए सैकंड नंबर पर अमोनीफिकेशन 4 तो बाद 1 यानी कि सिर्फ बी के तो बी ऑप्शन करैक्ट हो चुकी है अपनी जी। नैक्सट देखो 133 सोडियम ऑक्साइड इज़ सोडियम ऑक्साइड की होंगे जी और सोडियम ऑक्साइड एक बेसिक
ਆਕਸਾਈਡ ਹੈ ਐਂਡ ਸਲਫਰ ਡਾਈਆਕਸਾਈਡ ਕੀ ਹੈ, ਇੱਕ ਐਸਿਡਿਕ ਆਕਸਾਈਡ ਹੈ। ਤਾਂ ਬੇਸਿਕ ਤੇ ਐਸਿਡਿਕ ਕਿਹਦੇ ਵਿੱਚ ਪਿਆ, ਬੇਸਿਕ ਐਸਿਡਿਕ ਆਪਸ਼ਨ ਨੰਬਰ 3 ਦੇ ਵਿੱਚ ਪਿਆ ਹੈ। ਤਾਂ ਆਪਸ਼ਨ ਨੰਬਰ 3 ਆਪਣੀ ਕਰੈਕਟ ਹੋ ਜੂਗੀ ਜੀ। ਉਸ ਤੋਂ ਬਾਅਦ ਵਾਟ ਆਰ ਦੀ ਸਟੋਮੇਟਾ ਰਿਸਪੋਂਸੀਬਲ ਫੋਰ, ਯਾਨੀ ਕਿ ਜਿਹੜੇ ਸਟੋਮੇਟਾ ਹੁੰਦੇ ਨੇ ਉਹ ਕਾਹਦੇ ਵਾਸਤੇ ਰਿਸਪੋਂਸੀਬਲ ਨੇ। ਸਟੋਮੇਟਾ ਹੁੰਦੇ ਕੀ ਨੇ ਜੀ, ਆਪਣੇ ਮੰਨ ਲਓ ਆਪਣੇ ਲਵੇ ਲੀਫ ਹੈ, ਆਪਣੇ ਲਵੇ ਇੱਕ ਪੱਤਾ ਜੀ, ਪੱਤੇ ਦੇ ਉੱਤੇ ਤੁਹਾਨੂੰ ਛੋਟੇ ਛੋਟੇ ਪੋਰ ਹੁੰਦੇ ਨੇ ਜੀ। ਇਹ ਕੀ ਕੰਮ ਕਰਦੇ ਨੇ, ਇਹ ਅਬਜ਼ੋਰਬ ਕਰਦੇ ਨੇ ਵਾਟਰ ਨੂੰ ਵੀ ਔਰ ਐਕਸਚੇਂਜ ਆਫ ਗੈਸਿਸ ਵਾਸਤੇ ਵੀ ਇਹ ਰਿਸਪੋਂਸੀਬਲ ਹੁੰਦੇ ਨੇ। ਟਰਾਂਸਪੀਰੇਸ਼ਨ ਸਾਰਾ ਕੁਝ ਇਹਨਾਂ ਦੇ ਥਰੂ ਹੀ ਹੁੰਦਾ ਜਾਂ ਪੋਰਸ ਦੇ ਥਰੂ ਹੁੰਦਾ ਜਾਂ ਇਹਨਾਂ ਨੂੰ ਆਪਾਂ ਪੋਰਸ ਕਹਿੰਦੇ ਹਾਂ, ਪੋਰਸ ਦਾ, ਔਰ ਪੋਰਸ ਨੂੰ ਆਪਾਂ ਸਟੋਮੇਟਾ ਕਹਿੰਦੇ ਹਾਂ। ਇਹ ਕੀ ਕੰਮ ਕਰਦੇ ਨੇ, ਅਬਜ਼ੋਰਪਸ਼ਨ ਆਫ ਵਾਟਰ ਵੀ ਹੁੰਦਾ ਇਹਦੇ ਵਿੱਚ ਵੀ, ਔਰ ਐਕਸਚੇਂਜ ਆਫ ਗੈਸਿਸ ਵੀ ਹੁੰਦਾ ਜੀ, ਟਰਾਂਸਪੀਰੇਸ਼ਨ ਵੀ ਹੁੰਦਾ, ਆਲ ਆਫ ਅਬਵ। ਇਸ ਕਰਕੇ ਆਪਸ਼ਨ ਨੰਬਰ ਡੀ ਕਰੈਕਟ ਹੋ ਜਾਊਗਾ ਆਪਣੇ ਲਈ ਜੀ। ਨੈਕਸਟ ਦੇਖੋ, ਅਮੋਇਬਾ ਇਜ਼ ਏ ਫੋਰਮ ਆਫ, ਅਮੋਇਬਾ ਕਾਹਦੀ ਫੋਰਮ ਆ, ਅਮੋਇਬਾ ਇੱਕ ਪ੍ਰੋਟੋਜ਼ੋਆ ਜੀ। ਆਪਸ਼ਨ ਨੰਬਰ ਡੀ ਕਰੈਕਟ ਹੋ ਜਾਊਗਾ। ਦੇਖੋ ਇਹ ਸਾਰੇ ਐਸੇ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਯਾਨੀ ਕਿ ਡਿਜ਼ੀਜ਼ ਦੇ ਵਿੱਚ ਵੈਰੀ ਇੰਪੋਰਟੈਂਟ ਰੋਲ ਕਰਦੇ ਨੇ ਔਰ ਆਪਣੇ ਟੈਟ ਦੇ ਵਿੱਚ ਇਸ ਦੇ ਵਿੱਚ ਕੁਐਸਚਨ ਪੁੱਛੇ ਹੀ ਜਾ ਰਿਹਾ ਜੀ। ਤਾਂ ਇਸ ਦੇ ਹੋਣ ਵਾਲੀਆਂ ਬਿਮਾਰੀਆਂ ਦਾ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਦੇਖੋ ਜਿਵੇਂ ਬੈਕਟੀਰੀਆ ਜਿਹੜੇ ਕਾਮਨ ਆਪਣੇ ਲਈ ਡਿਜ਼ੀਜ਼ ਨੇ ਉਹਨਾਂ ਬਾਰੇ ਗੱਲ ਕਰਦੇ ਹਾਂ, ਜਿਵੇਂ ਕੋਲਰਾ ਵਗੈਰਾ ਜੀ, TB ਵਗੈਰਾ, ਇਹ ਵੀ ਕਾਹਦੇ ਨਾਲ ਹੁੰਦਾ, ਬੈਕਟੀਰੀਆ ਦੇ ਨਾਲ। ਐਂਥਰਸ, ਬਹੁਤ ਸਾਰੀਆਂ ਬਿਮਾਰੀਆਂ ਨੇ, ਆਪਾਂ ਥੋੜ੍ਹੇ ਹੀ ਕਰਾਂਗੇ ਉਸ ਤੋਂ ਬਾਅਦ ਵਾਇਰਸ ਦੇਖੋ ਜੀ, ਵਾਇਰਸ ਦੇ ਨਾਲ ਹੋਣ ਵਾਲੀ ਬਿਮਾਰੀ, ਫਲੂ ਵਗੈਰਾ ਆਪਾਂ ਨੂੰ ਵਾਇਰਸ ਦੇ ਨਾਲ ਹੀ ਹੁੰਦਾ ਜੀ, ਜ਼ੁਕਾਮ ਵਗੈਰਾ। ਉਸ ਤੋਂ ਬਾਅਦ ਚਿਕਨ ਪੌਕਸ, ਇਹ ਵੀ ਆਪਾਂ ਨੂੰ ਵਾਇਰਸ ਨਾਲ ਹੁੰਦੇ ਨੇ। HIV ਔਰ ਆਪਣੇ ਵਾਇਰਲ ਹੈਪਾਟਾਈਟਸ ਵਗੈਰਾ ਜੋ ਵੀ ਹੁੰਦੇ ਨੇ ਉਹ ਵੀ ਕਾਹਦੇ ਨਾਲ ਹੁੰਦੇ ਨੇ ਜੀ, ਵਾਇਰਸ ਦੇ ਨਾਲ ਹੀ ਹੁੰਦੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਲਈ ਹੈਗਾ ਜੀ ਫੰਗਲ, ਫੰਗੀ ਦੇ ਨਾਲ ਜਿਹੜੇ ਹੋਣ ਵਾਲੇ ਆ ਫੰਗਲ ਆਈਜ਼ ਇਨਫੈਕਸ਼ਨ ਹੁੰਦੀ ਹੈ ਜੀ। ਉਸ ਤੋਂ ਬਾਅਦ ਜਿਹੜੀ ਮਾਊਥ ਦੀ ਇਨਫੈਕਸ਼ਨ ਆ, ਮਾਊਥ ਵਗੈਰਾ ਦੇ ਵਿੱਚ ਹੋ ਜਾਂਦੀ ਹੈ ਕੈਂਡੀਡਾ ਇਨਫੈਕਸ਼ਨ ਆਫ ਮਾਊਥ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਦੀਆਂ ਕੁਝ ਬਿਮਾਰੀਆਂ ਨੇ ਜਿਹੜੀਆਂ ਇਹ ਵਾਲੇ ਮਾਈਕਰੋ ਆਰਗੇਨਿਜ਼ਮ ਦੇ ਨਾਲ ਹੁੰਦੀਆਂ ਨੇ। ਠੀਕ ਹੈ ਜੀ। ਇਹ ਆਪਾਂ ਧਿਆਨ ਦੇ ਵਿੱਚ ਰੱਖਿਆ, ਮੋਸਟਲੀ ਇਹਦੇ ਵਿੱਚ ਕੁਐਸਚਨ ਪੁੱਛਿਆ ਜਾ ਰਿਹਾ ਜੀ। ਕੁਐਸਚਨ ਨੰਬਰ 136 ਦੇਖੋ ਜੀ, what part of the leaf is commonly used to prepare a slide of stomata, ਸਟੋਮੇਟਾ ਦੀ ਸਲਾਈਡ ਬਣਾਉਣ ਵਾਸਤੇ ਕੀ ਯੂਜ਼ ਕਰਿਆ ਜਾਂਦਾ। ਦੇਖੋ ਲੀਫ ਪੈਟਿਓਲ ਕੀ ਪੱਤੇ ਦੀ ਡੰਡੀ ਯੂਜ਼ ਕੀਤੀ ਜਾਂਦੀ ਹੈ। ਠੀਕ ਹੈ। ਕੀ ਲੀਫ ਐਪੈਕਸ ਯੂਜ਼ ਕੀਤਾ ਜਾਂਦਾ, ਯਾਨੀ ਕਿ ਨੋਕ ਯੂਜ਼ ਕੀਤੀ ਜਾਂਦੀ ਹੈ, ਜਾਂ ਲੀਫ ਮਰਜਿਨ ਯੂਜ਼ ਕੀਤਾ ਜਾਂਦਾ, ਯਾਨੀ ਕਿ ਕਿਨਾਰਾ ਯੂਜ਼ ਕੀਤਾ ਜਾਂਦਾ, ਜਾਂ ਫਿਰ ਲੀਫ ਐਪੀਡੈਮਿਸ ਯੂਜ਼ ਕੀਤਾ ਜਾਂਦਾ। ਤਾਂ ਲੀਫ ਐਪੀਡੈਮਿਸ ਯੂਜ਼ ਕੀਤਾ ਜਾਂਦਾ, ਯਾਨੀ ਕਿ ਬਾਹਰਲੀ ਪਰਤ ਯੂਜ਼ ਕੀਤੀ ਜਾਂਦੀ ਹੈ ਜੀ, ਬਾਹਰਲੀ ਪਰਤ ਯੂਜ਼ ਕੀਤੀ ਜਾਂਦੀ ਹੈ ਇਸ ਦੇ ਵਿੱਚ ਕੀ ਬਣਾਉਣ ਵਾਸਤੇ, ਸਲਾਈਡ ਆਫ ਸਟੋਮੇਟਾ ਬਣਾਉਣ ਦੇ ਵਿੱਚ ਜੀ। ਨੈਕਸਟ ਦੇਖੋ ਕੁਐਸਚਨ ਨੰਬਰ 137 ਦੇ ਵਿੱਚ ਦੇਖੋ, the man slides freely down a frictionless inclined plane, frictionless inclined plane ਕਿਹੜਾ ਮੀਨਸ ਇੱਕ inclined plane ਆ, ਉਰੇ ਬਿਲਕੁਲ ਫ੍ਰਿਕਸ਼ਨ ਨਹੀਂ ਲੱਗ ਰਹੀ, ਉਰੋਂ ਨੀਚੇ ਆ ਰਿਹਾ plane, while his bag is dropped vertically from the same height, और एक बैग सुट्या गया और एक आदमी आ रहा, पहला एक आदमी आया और फिर बैग सुट्या गया। द फाइनल स्पीड ऑफ द मैन v होगी, ऑफ द बैग v u आई उरे, सच दैट ਤਾਂ ਕੀ ਹੋਊਗਾ, ਕੀ ਉਹਨਾਂ ਦੀ ਸਪੀਡ ਸੇਮ ਹੋਊਗੀ, ਕਿ ਆਦਮੀ ਜਿਹੜਾ ਪਹਿਲਾਂ ਪਹੁੰਚ ਜੂਗਾ, ਯਾਨੀ ਕਿ ਉਹਦੀ ਸਪੀਡ ਤੇਜ਼ ਹੋਊਗੀ ਤੇ ਬੈਗ ਦੀ ਘੱਟ ਹੋਊਗੀ। ਵੈਲੋਸਿਟੀ ਵਿਲ ਡਿਪੈਂਡ ਔਨ देयर ਮਾਸਸ, ਕੀ ਮਾਸਸ ਦੇ ਉੱਤੇ ਡਿਪੈਂਡ ਕਰੂਗੀ, ਹੈਵੀਅਰ ਮਾਸਸ ਦੇ ਉੱਤੇ ਕਦੇ ਡਿਪੈਂਡ ਨਹੀਂ ਕਰਦੀ ਵੈਲੋਸਿਟੀ। ਠੀਕ ਹੈ ਨਾ। ਉਸ ਤੋਂ ਬਾਅਦ ਵੈਲੋਸਿਟੀ ਵਿਲ ਡਿਪੈਂਡ ਅਪੋਨ ਔਨ देयर ਮਾਸਸ ਹੈਵੀਅਰ, ਔਰ ਹੈਵੀਅਰ ਦੇ ਉੱਤੇ ਜਾਂ ਹੈਵਿੰਗ ਗ੍ਰੇਟਰ ਵੈਲੋਸਿਟੀ ਦੇ ਉੱਤੇ ਡਿਪੈਂਡ ਕਰਦੇ ਨਹੀਂ ਜੀ, ਇਸ ਦੇ ਉੱਤੇ ਡਿਪੈਂਡ ਕਰਦੀ। ਤਾਂ ਆਪਸ਼ਨ ਨੰਬਰ 1 ਕਰੈਕਟ ਹੋ ਜੂਗੀ ਕਿ ਇਹਨਾਂ ਦੀ ਵੈਲੋਸਿਟੀ ਜਦੋਂ ਫ੍ਰਿਕਸ਼ਨਲੈਸ ਹੈ, ਤਾਂ ਆਪਾਂ ਕੀ ਕਹਾਂਗੇ, ਉਹਨਾਂ ਦੀਆਂ ਵੈਲੋਸਿਟੀਜ਼ ਸੇਮ ਰਹਿਣਗੀਆਂ ਜੀ। ਉਸ ਤੋਂ ਬਾਅਦ ਕੁਐਸਚਨ ਨੰਬਰ 138 ਦੇ ਵਿੱਚ ਦੇਖੋ ਜੀ, ਅ ਕਨਕੇਵ ਮਿਰਰ ਇਜ਼ ਪਲੇਸਡ ਔਨ ਦੀ ਹੋਰੀਜ਼ੋਨਟਲ ਟੇਬਲ with its x-axis
डायरेक्टेड वर्टिकली अपवर्ड, लेट ओ बी द पोल ऑफ द मिरर एंड सी इज़ द सेंटर ऑफ करवेचर। अपन ਨੂੰ ਪਤਾ ਮੰਨ ਲਓ ਆਪ मैं एक कनकेव मिरर ਲੈਣਾ जी, ਆਹ ਵਾਲਾ ਇਹਦਾ ਪੋਲ ਹੈ, ਪੋਲ ਨੂੰ ਉਹਨਾਂ ਨੇ ਕੀ ਕੀਤਾ ਆ, O ਕੀਤਾ ਜੀ, ਪੋਲ ਨੂੰ ਆਪਾਂ ਉਹਨਾਂ ਨੇ O ਕੀਤਾ ਹੈ। ਐਂਡ C ਇਜ਼ ਦ ਸੈਂਟਰ ਆਫ ਕਰਵੇਚਰ, C ਕੀ ਹੈ, ਸੈਂਟਰ ਆਫ ਕਰਵੇਚਰ ਇਸ ਦੇ ਵਿੱਚ ਜੀ। ਆ ਪੁਆਇੰਟ ਆਬਜੈਕਟ ਇਜ਼ ਪਲੇਸਡ ਔਨ ਦੀ C ਦੇ ਉੱਤੇ ਇੱਕ ਆਬਜੈਕਟ ਪਿਆ ਆ। ਇਟ ਹੈਜ਼ ਰੀਅਲ ਇਮੇਜ ਆਲਸੋ ਲੋਕੇਟਡ ਐਟ C, ਉਹ C ਦੇ ਉੱਤੇ ਹੀ ਇਮੇਜ ਬਣੂਗੀ, ਬਿਲਕੁਲ C ਦੇ ਉੱਤੇ ਇਮੇਜ ਬਣ ਦਿੰਦੀ ਜਦੋਂ C ਦੇ ਉੱਤੇ ਹੀ ਆਬਜੈਕਟ ਪਿਆ ਆਪਣਾ, ਤਾਂ ਇਮੇਜ ਵੀ C ਦੇ ਉੱਤੇ ਹੀ ਬਣ ਦਿੰਦੇ ਆ। ਇਫ ਦੀ ਮਿਰਰ ਇਜ਼ ਨੋ ਫੀਲਡ ਵਿਦ ਵਾਟਰ, ਜੇ ਹੁਣ ਇਹਨੂੰ ਵਾਟਰ ਦੇ ਵਿੱਚ ਆਪਾਂ ਕਹਿੰਦਾ ਫਿਲ ਕਰ ਦਈਏ, ਵਾਟਰ ਭਰ ਦਈਏ ਇਹਦੇ ਵਿੱਚ, ਵਾਟਰ ਦੇ ਵਿੱਚ ਰੱਖ ਦਈਏ ਇਹਨੂੰ, ਦੀ ਇਮੇਜ ਵਿਲ ਵੀ, ਇਮੇਜ ਕਿੱਥੇ ਬਣੂਗੀ, ਦੇਖੋ ਜੋ ਵਾਟਰ ਹੈ ਇਹਦਾ 에ਅਰ ਦਾ ਰਿਫਰੈਕਟਿਵ ਇੰਡੈਕਸ ਆਪਾਂ ਮੰਨਦੇ ਹਾਂ 1, ਤਾਂ ਵਾਟਰ ਦਾ ਜਿਹੜਾ ਰਿਫਰੈਕਟਿਵ ਇੰਡੈਕਸ ਹੁੰਦਾ ਆ ਮਿਊ ਹੁੰਦਾ ਆ ਉਹ 1.5 ਹੁੰਦਾ ਆ, ਠੀਕ ਹੈ ਨਾ। ਤਾਂ ਰਿਫਰੈਕਟਿਵ ਇੰਡੈਕਸ ਵਧਣ ਦੇ ਨਾਲ ਕੀ ਹੋ ਜਾਊਗਾ, ਉਸ ਦਾ ਰੇਡੀਅਸ ਆਫ ਕਰਵੇਚਰ ਡਿਕਰੀਜ਼ ਹੋ ਜਾਊਗਾ, ਤਾਂ ਜਿਹੜੀ ਇਮੇਜ ਹੋਊਗੀ ਉਹ ਇਮੇਜ ਆਪਣੀ ਕਿੱਧਰ ਆ ਜਾਊਗੀ, O ਤੇ C ਦੇ ਵਿੱਚ ਆ ਜਾਊਗੀ। ਤਾਂ ਇਹਦੇ ਵਿੱਚ ਦੇਖੋ ਆਪਸ਼ਨ ਕਿਹੜੀ ਕਰੈਕਟ ਹੈ ਜੀ, ਰੀਅਲ ਐਂਡ ਵਿਲ ਬੀ ਰਿਮੇਨ ਸੇਮ, ਕਿ ਉੱਥੇ ਹੀ ਇਮੇਜ ਬਣਦੀ ਰਹੂਗੀ, ਨਹੀਂ ਜੀ, ਰੀਅਲ ਐਂਡ ਲੋਕੇਟਡ ਐਟ ਦੀ ਪੁਆਇੰਟ ਬਿਟਵੀਨ C ਐਂਡ ਇਨਫਿਨਿਟੀ, C ਤੇ ਇਨਫਿਨਿਟੀ ਦੇ ਵਿੱਚ ਉਹਨੂੰ ਨਹੀਂ, ਇੱਧਰ ਨਹੀਂ ਜਾਊਗੀ, ਇਨਸਾਈਡ ਆਊਗੀ। ਵਰਚੁਅਲ ਇਮੇਜ ਤਾਂ ਕਦੇ ਬਣਦੀ ਨਹੀਂ, ਵਰਚੁਅਲ ਇਮੇਜ ਤਾਂ ਬਹੁਤ ਜਦੋਂ ਨੇੜੇ ਲੈ ਕੇ ਜਾਵਾਂਗੇ ਤਦ ਬਣਦੀ ਹੈ, ਠੀਕ ਹੈ ਨਾ। ਕਨਕੇਵ ਮਿਰਰ ਦੇ ਵਿੱਚ ਰੀਅਲ ਐਂਡ ਲੋਕੇਟਡ ਐਟ ਦੀ ਪੁਆਇੰਟ ਬਿਟਵੀਨ C ਐਂਡ O, ਤਾਂ ਆਪਸ਼ਨ ਨੰਬਰ D ਆਪਣੇ ਲਵੇ ਕਰੈਕਟ ਹੋ ਜੂਗੀ ਜੀ। क्वेश्चन नंबर 139 है जी, इफ मास ऑफ द बॉडी ऑन द सरफेस ऑफ द अर्थ इज 180 kg, मास किन्ने जी अपने लिए 180 kg मास दिता है, दैन द मैगनीट्यूड ऑफ इट्स वेट, वेट का मैगनीट्यूड की होगा ऑन द मून वुड बी, तो मून के उत्ते वेट किन्ना होगा। देखो मास अपना दिता है 180 kg, तो आप वेट ऑन अर्थ कढ़िए पहला। देखो जो मास होंगे ना वो विदाउट ग्रेविटी होंगे, जो वेट होंगे विद ग्रेविटी होंगे, यानी कि अपने लगे कि mg, तो 180 इंटू 9.8, तो इनू सोल्व करके आ गया अपने लिए 1764 आ गया अपने लिए। हुण देखो वेट ऑन दी मून कड्ढना, वेट ऑन मून कितना हुआ, वो 16 होंगे है ना जी, वेट अपना मून के उत्ते, तो यदी कटिंग करके अपने लगे आ गया 294, तो ऑप्शन नंबर अपने लगे की हो जूगी, ऑप्शन नंबर C करैक्ट हो जूगी। नैक्सट देखो जी, विच ऑफ द फ्लोइंग पेयर्स विल शो डिसप्लेसमेंट रिएक्शन, इन्होंने किहड़ा डिसप्लेसमेंट रिएक्शन शो करता है, तो वो ऑप्शन नंबर D है जी। और रिएक्शन की है अपने लगे देखो, जो AlCl3 रिएक्शन करता मैगनीशियम के नाल, तो की बनता जी अपने लगे MgCl2 प्लस Al, इस देखो उरे Al1 उरे भी Al1, उरे Cl3 ने उरे 2 ने, तो अपन बैलेंस करनी पऊगी पहला जी, तो आप इनू 2 नाल मल्टीप्लाई कर देंगे जी, इनू मैगनीशियम 3 नाल और इसनू भी 3 नाल आप और इसनू 2 नाल, तो देखो बैलेंस हो जूगी अपने लवे। तो इस तरह डिसप्लेसमेंट रिएक्शन होंदी है, यानी कि क्लोरीन टुट के जाके मैगनीशियम के नाल लग जाता है, तो इस तरह डिसप्लेसमेंट रिएक्शन हो जाती है। तो ऑप्शन नंबर D अपने लवे की हो जूगी, करैक्ट हो जूगी जी। नैक्सट देखो जी, बलजीत हैज़ ए पॉन्ड इन हर गार्डन फिल विद दी आल काइंड ऑफ दी एक्वैटिक प्लांट्स, एक्वैटिक प्लांट्स किहड़े हुंदे ने, जो वाटर वाले हुंदे ने, जिहड़े वाटर दे विच खड़े हुंदे ने उन्हां नूं एक्वैटिक प्लांट्स कहा जाता है। शी वांट टू प्रिवेंट मॉस्कीटोज, वो मॉस्कीटो तो बचाना चाहता फ्रॉम दी ब्रीडिंग इनटू दी पॉन्ड, यानी कि मॉस्कीटो दे विच इनक्रीज ना होण, उस तो बचाना चाहता विदाउट हार्मिंग दी प्लांट्स एनी वे, प्लांट्स नुकसान पहुँचाए बगैर। शी कुड की करे हो एड द साल्ट इंटू द वाटर, की साल्ट एड कर दे वाटर दे विच, नहीं जी साल्ट तो ऑलरेडी की करूगा रूट्स नूं खराब करूगा जी अपने लगे, और प्लांट्स नूं भी खराब करूगा। एड सम गोल्ड फिश इंटू दी पॉन्ड, कि वो मछलियाँ छड्ड देवे उहदे विच पानी दे विच, या स्प्रे या फिल्म ऑफ ऑयल, जे वो ऑयल पा दिंदा, मान लो ऑयल पा दिंदा, बिल्कुल उसदे नाल मॉस्कीटो तो खत्म हो जाएंगे, बट जो गैसेस की एक्सचेंज होंदी है जी वो बंद हो चुकी है अपनी जानी, तो जिस दे नाल की हुआ प्लांट्स नूं नुकसान होगा, ठीक है ना। तो ये की है ऑप्शन नंबर 2 ही करैक्ट है, तो ये ऑप्शन देखो कि B करैक्ट हो जूगी, तो ओनली 2। उस तो बाद देखो क्वेश्चन नंबर 142 देखो जी,
ਦੀ ਨੇਚਰ ਆਫ ਦੀ ਓਵਰ ਬਲੱਡ ਇਜ਼, ਆਪਣੇ ਬਲੱਡ ਦੀ ਨੇਚਰ ਕੀ ਹੈ ਜੀ, ਤਾਂ ਆਪਾਂ ਨੂੰ ਪਤਾ ਕਿ ਬਲੱਡ ਦੀ ਜੋ pH ਵੈਲਿਊ ਆ ਉਹ ਕਿੱਥੋਂ ਤੋਂ ਕਿੱਥੇ ਤੱਕ ਲਾਈ ਕਰਦੇ 7.35 ਤੋਂ ਲੈ ਕੇ 7.45 ਤੱਕ ਨੀਅਰ ਅਬਾਊਟ ਇੱਥੇ ਲਾਈ ਕਰਦੇ ਆ। ਤਾਂ ਆਪਣਾ ਸਲਾਈਟਲੀ ਬੇਸਿਕ ਨੇਚਰ ਦੇ ਵਿੱਚ, ਤਾਂ ਸਲਾਈਟਲੀ ਬੇਸਿਕ ਨੇਚਰ ਦੇ ਵਿੱਚ ਸਲਾਈਟਲੀ ਅਲਕੇਲਾਈਨ, ਯਾਨੀ ਕਿ ਜੇ ਸਲਾਈਟਲੀ ਅਲਕੇਲਾਈਨ ਕਹਿ ਦਈਏ ਜਾਂ ਸਲਾਈਟਲੀ ਬੇਸਿਕ ਕਹਿ ਦਈਏ, ਤਾਂ ਥੋੜ੍ਹਾ ਕੁ ਬੇਸਿਕ ਨੇਚਰ ਵੱਲ ਨੂੰ ਆਪਣਾ ਬਲੱਡ ਦਾ ਝੁਕਾਓ ਆ, ਠੀਕ ਹੈ ਜੀ, ਐਸਿਡਿਕ ਵੱਲ ਨੂੰ ਨਹੀਂ ਹੈਗਾ। ਉਸ ਤੋਂ ਬਾਅਦ ਨੈਕਸਟ ਦੇਖੋ ਜੀ 143 ਦੇ ਵਿੱਚ ਦੇਖੋ ਵਿਚ ਐਂਜ਼ਾਈਮ ਪ੍ਰੈਜ਼ੈਂਟ ਇਨ ਸਲੀਵਾ ਚੇਂਜ ਸਟਾਰਚ ਇਨਟੂ ਦੀ ਮਾਲਟੋਜ਼, ਕਿਹੜਾ ਸਲੀਵਾ ਦੇ ਵਿੱਚ ਯਾਨੀ ਕਿ ਕਿਹੜਾ ਐਂਜ਼ਾਈਮ ਹੁੰਦਾ ਜਿਹੜਾ ਚੇਂਜ ਕਰਦਾ ਸਟਾਰਚ ਨੂੰ ਇਨ ਮਾਲਟੋਜ਼ ਦੇ ਵਿੱਚ, ਠੀਕ ਹੈ ਜੀ। ਇਹਦੇ ਵਿੱਚ ਆਪਸ਼ਨ ਨੰਬਰ ਕਿਹੜੀ ਹੈ ਜੀ, ਆਪਸ਼ਨ ਨੰਬਰ ਬੀ ਹੈ ਜੀ, ਪੈਟੀਲਾਈਨ। ਇਹ ਮਤਲਬ ਕੀ ਹੈ ਜੀ, ਇਹ ਕਨਵਰਟ ਕਰਦਾ ਸਟਾਰਚ ਨੂੰ ਇਨਟੂ ਮਾਲਟੋਜ਼ ਦੇ ਵਿੱਚ, ਸਟਾਰਚ ਇਨਟੂ ਮਾਲਟੋਜ਼। ਜੋ ਪੈਪਸਿਨ ਹੈ, ਪੈਪਸਿਨ ਕੀ ਕਰਦਾ ਜੀ, ਇਹ ਪ੍ਰੋਡਿਊਸ ਹੁੰਦਾ ਜੀ ਆਪਣੇ ਸਟੋਮੈਕ ਦੇ ਵਿੱਚ, ਸਟੋਮੈਕ ਦੇ ਵਿੱਚ ਪ੍ਰੋਡਿਊਸ ਹੋ ਕੇ ਇਹ ਬ੍ਰੇਕ ਡਾਊਨ ਕਰਦਾ ਪ੍ਰੋਟੀਨ ਨੂੰ ਜੀ, ਪ੍ਰੋਟੀਨ ਨੂੰ ਬ੍ਰੇਕ ਡਾਊਨ ਕਰਦਾ ਜੀ। ਨੈਕਸਟ ਹੈਗਾ ਟ੍ਰੈਪਸਿਨ ਵੀ ਕੀ ਕਰਦਾ, ਟ੍ਰੈਪਸਿਨ ਵੀ ਜਿਹੜਾ ਸਮਾਲ ਇੰਟੈਸਟਾਈਨ ਦੇ ਵਿੱਚ ਹੀ ਪ੍ਰੋਡਿਊਸ ਹੁੰਦਾ, ਇਹ ਵੀ ਬ੍ਰੇਕ ਡਾਊਨ ਕਰਦਾ ਆਪਣੀ ਪ੍ਰੋਟੀਨ ਨੂੰ, ਸਮਾਲ ਇੰਟੈਸਟਾਈਨ ਦੇ ਵਿੱਚ ਜਿਹੜੀ ਪ੍ਰੋਟੀਨ ਹੈ ਜੀ। ਨੈਕਸਟ ਹੈਗਾ ਲਿਪਸ, ਇਹ ਕੀ ਕਰਦਾ, ਫੈਟ ਨੂੰ ਬ੍ਰੇਕ ਡਾਊਨ ਕਰਦਾ ਜੀ, ਫੈਟ ਨੂੰ ਬ੍ਰੇਕ ਡਾਊਨ ਕਰਦਾ ਜੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 144, ਕਾਰਬਨ ਫੋਰਮ ਹੈ ਲਾਰਜ ਨੰਬਰ ਆਫ ਦੀ ਕੰਪਾਊਂਡ ਬਿਕੋਜ਼, ਕਾਰਬਨ ਦੇਖੋ ਮੋਸਟਲੀ ਕੀ ਬਣਾਉਂਦਾ, ਸਭ ਤੋਂ ਜ਼ਿਆਦਾ ਕੰਪਾਊਂਡ ਬਣਾਉਂਦਾ, ਇਹ ਕਿਹਦੇ ਕਰਕੇ ਬਣਾਉਂਦਾ, ਇਟ ਸ਼ੋ ਦੀ ਯੂਨੀਕ ਪ੍ਰੋਪਰਟੀ ਆਫ ਦੀ ਕੈਟੇਨੇਸ਼ਨ, ਹਾਂਜੀ ਬਿਲਕੁਲ ਇਹਦੀ ਕੈਟੇਨੇਸ਼ਨ ਪ੍ਰੋਪਰਟੀ ਮੀਨਸ ਕਾਰਬਨ ਚੇਨ ਹੁੰਦੀ ਹੈ ਇੱਕ, ਸਭ ਤੋਂ ਜ਼ਿਆਦਾ ਇਹ ਚੇਨ ਬਣਾਉਂਦਾ ਜੀ ਵੱਡੀ। ਕਾਰਬਨ ਆਫ ਸਮਾਲ ਸਾਈਜ਼, ਠੀਕ ਹੈ ਜੀ, ਐਂਡ ਫੋਰਮ ਦੀ ਸਟਰੋਂਗ ਬੌਂਡ, ਬਿਲਕੁਲ ਇਹ ਵੀ ਸਹੀ ਹੈ ਜੀ। ਕਾਰਬਨ ਹੈਜ਼ ਦੀ ਵੈਲੈਂਸੀ ਆਫ 4, ਕਾਰਬਨ ਦੇ ਜਿਹੜੇ ਬਾਹਰ ਹੁੰਦੇ ਨੇ ਕਿ ਦੇਖੋ ਸਭ ਤੋਂ ਪਹਿਲਾਂ ਨਿਊਕਲੀਅਸ, ਫਿਰ ਫਸਟ ਆਰਬਿਟ ਦੇ ਵਿੱਚ 2 ਇਲੈਕਟ੍ਰੋਨ ਹੁੰਦੇ ਨੇ ਔਰ ਸੈਕਿੰਡ ਦੇ ਵਿੱਚ ਕਿੰਨੇ ਹੁੰਦੇ ਨੇ 4 ਇਲੈਕਟ੍ਰੋਨ, ਤਾਂ ਇਹਦੀ ਵੈਲੈਂਸੀ ਕਿੰਨੀ ਹੁੰਦੀ ਹੈ 4 ਹੁੰਦੀ ਹੈ, ਤਾਂ ਇਹ ਵੀ ਸਹੀ ਹੈ ਜੀ। ਤਾਂ ਆਪਸ਼ਨ ਨੰਬਰ ਡੀ ਕਰੈਕਟ ਹੋ ਜੂ, ਸਾਰੇ ਦੇ ਸਾਰੇ ਆਪਸ਼ਨ ਸਹੀ ਨੇ ਜੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 145 ਦੇ ਵਿੱਚ, 145 ਦੇ ਵਿੱਚ ਦੇਖੋ ਵਿਚ ਆਫ ਦੀ ਫਲੋਇੰਗ ਸਟੇਟਮੈਂਟ ਇਜ਼ ਟਰੂ, ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਟਰੂ ਆ, ਦਾ ਮੈਨ on top of the Mount Everest has the lesser mass than in ਦਿੱਲੀ, ਠੀਕ ਹੈ ਨਾ, ਦਿੱਲੀ ਦੇ ਵਿੱਚ ਜਿਹੜਾ ਮਾਸ ਹੋਊਗਾ ਉਹਦੇ ਨਾਲੋਂ ਘੱਟ ਹੋਊਗਾ ਉਹਦਾ ਮਾਸ। ਦੇਖੋ ਮਾਸ ਹਮੇਸ਼ਾ ਕੀ ਹੁੰਦਾ, ਆਲਵੇਜ਼ ਸੇਮ ਹੁੰਦਾ ਹੈ, ਆਲਵੇਜ਼ ਫਿਕਸਡ ਹੁੰਦਾ ਹੈ। ਮਾਸ ਦੇ ਵਿੱਚ ਕਿਹੜਾ ਗ੍ਰੈਵਿਟੀ ਲੱਗਣੀ ਹੈ ਜੀ, ਤਾਂ ਮਾਸ ਹਮੇਸ਼ਾ ਫਿਕਸਡ ਹੁੰਦਾ, ਇਸ ਕਰਕੇ ਇਹ ਤਾਂ ਹੋ ਨਹੀਂ ਸਕਦਾ ਹੈਗਾ, ਸੇਮ ਨਹੀਂ ਹੁੰਦਾ ਜੀ, ਠੀਕ ਹੈ ਜੀ। ਔਰ ਮਾਸ ਨਾ ਲੈਸ ਹੋਊਗਾ ਨਾ ਗ੍ਰੇਟਰ ਹੋਊਗਾ ਕਿਸੇ ਦਾ। ਗੈਸਸ ਡੂ ਨਾਟ ਹੈਵ ਦੀ ਫਿਕਸਡ ਸ਼ੇਪ ਐਂਡ ਵੋਲੀਅਮ, ਇੱਕ ਫਿਕਸਡ ਸ਼ੇਪ ਨਹੀਂ ਹੁੰਦੀ ਔਰ ਫਿਕਸਡ ਵੋਲੀਅਮ, ਉਦੋਂ ਤੱਕ ਤਾਂ ਸਹੀ ਹੈ ਜੀ। ਬਿਕੋਜ਼ ਕਨੈਟਿਕ ਐਨਰਜੀ ਆਫ ਦੀ ਗੈਸ ਇਜ਼ ਲੋਅਰ, ਨਹੀਂ ਕਨੈਟਿਕ ਐਨਰਜੀ ਜ਼ਿਆਦਾ ਹੁੰਦੀ, ਇਸ ਕਰਕੇ ਹੀ ਉਹ ਕੀ ਕਰਦੀਆਂ ਨੇ, ਮੂਵ ਕਰਦੇ ਨੇ, ਜਿਗ ਮੋਸ਼ਨ ਦੇ ਵਿੱਚ ਰਹਿੰਦੀਆਂ ਨੇ, ਤਾਂ ਇਹ ਵੀ ਆਪਸ਼ਨ ਇਨਕਰੈਕਟ ਹੋ ਜੂਗੀ। ਆਪਸ਼ਨ ਨੰਬਰ ਸੀ ਦੇਖੋ, ਇਫ ਯੂ ਡਿਕਰੀਜ਼ ਦੀ ਪ੍ਰੈਸ਼ਰ, ਜੇ ਪ੍ਰੈਸ਼ਰ ਤੁਸੀਂ ਡਿਕਰੀਜ਼ ਕਰੀਏ ਐਂਡ ਹੋਲਡ ਦੀ ਵੋਲੀਅਮ ਕੌਨਸਟੈਂਟ, ਔਰ ਵੋਲੀਅਮ ਕੀ ਰੱਖਣਾ ਕੌਨਸਟੈਂਟ ਦੇ ਵਿੱਚ ਰੱਖਣਾ, ਤੇ ਟੈਂਪਰੇਚਰ ਡਿਕਰੀਜ਼, ਆਪਾਂ ਨੂੰ ਪਤਾ PV ਯਾਨੀ ਕਿ PV ਇਜ਼ ਇਕੁਅਲ ਟੂ NRT ਹੁੰਦਾ ਜੀ, ਹੈ ਨਾ, RT, N ਨੰਬਰ ਆਫ ਮੋਲਸ ਹੁੰਦੇ ਨੇ, ਆਪਾਂ ਨੰਬਰ ਆਫ ਮੋਲਸ 1 ਮੰਨਦੇ ਹਾਂ। ਹੁਣ ਉਹ ਕੀ ਕਹਿ ਰਿਹਾ, ਜੇ ਪ੍ਰੈਸ਼ਰ ਕਹਿੰਦਾ ਡਿਕਰੀਜ਼ ਕਰਦੀ ਹੈ, ਪ੍ਰੈਸ਼ਰ ਡਿਕਰੀਜ਼ ਕਰਦੀ ਹੈ, ਵੋਲੀਅਮ ਆਪਣਾ ਫਿਕਸ ਹੈ, ਤਾਂ R ਵੀ ਆਪਣਾ ਕੋਈ ਕੌਨਸਟੈਂਟ ਹੈ, ਤਾਂ ਟੈਂਪਰੇਚਰ ਵੀ ਕੀ ਹੋ ਜਾਊਗਾ, ਡਿਕਰੀਜ਼ ਹੋ ਜਾਊਗਾ ਜੀ, ਠੀਕ ਹੈ ਜੀ। ਦਾ ਟੈਂਪਰੇਚਰ ਡਿਗ, ਤਾਂ ਆਪਸ਼ਨ ਨੰਬਰ ਸੀ ਕਰੈਕਟ ਹੋ ਜੂਗੀ ਆਪਣੀ ਜੀ। ਨੈਕਸਟ ਦੇਖੋ 146 ਦੇ ਵਿੱਚ ਦੇਖੋ ਵਿਚ ਆਫ ਦੀ ਫਲੋਇੰਗ ਸਟੇਟਮੈਂਟ ਇਜ਼ ਡਿਸਕ੍ਰਾਈਬ ਐਜ਼ ਦੀ ਨੇਚਰ ਆਫ ਦੀ ਸਾਇੰਸ, ਨੇਚਰ ਆਫ ਦੀ ਸਾਇੰਸ ਇਹਨਾਂ ਵਿੱਚੋਂ ਕਿਹੜਾ ਦੱਸਦਾ ਜੀ, ਕਹਿੰਦਾ ਸਾਇੰਸ ਇਜ਼ ਏ ਡਾਇਨਾਮਿਕ ਡਿਸਿਪਲਨ, ਇੱਕ ਡਾਇਨਾਮਿਕ ਡਿਸਿਪਲਨ ਮੀਨਸ ਲਗਾਤਾਰ ਚੇਂਜ ਹੁੰਦਾ ਰਹੇਗਾ, ਐਂਡ ਨੋ ਲਾ ਕੈਨ ਬੀ ਵਿਊਡ ਐਜ਼ ਏ ਫਿਕਸਡ ਇੰਟਰਨਲ ਟਰੂਥ, ਯਾਨੀ ਕਿ ਇੱਕ ਜਿਹੜਾ ਆਪਣਾ ਲਾਭ ਬਣਾ ਲਿਆ, ਇਸ ਦਾ ਮਤਲਬ ਇਹ ਨਹੀਂ ਕਿ ਉਹ ਫਿਕਸਡ ਹੋ ਗਿਆ, ਇਸ ਤੋਂ ਬਾਅਦ ਉਹ ਚੇਂਜ ਨਹੀਂ ਹੋ ਸਕਦਾ, ਤਾਂ ਨਵੀਂ ਰਿਸਰਚ ਹੋਊਗੀ, ਨਵਾਂ ਲਾਭ ਬਣ ਜੂਗਾ, ਕੋਈ ਚੱਕਰ ਨਹੀਂ ਹੈਗਾ ਇਹਦੇ ਵਿੱਚ। ਤਾਂ ਇੱਕ ਡਾਇਨਾਮਿਕ ਮੀਨਸ ਨਵੀਂ ਟੈਕਨੋਲੋਜੀ ਹਰ ਰੋਜ਼ ਡਿਵੈਲਪ ਹੁੰਦੀ ਹੈ, ਤਾਂ ਆਪਸ਼ਨ ਨੰਬਰ ਏ ਕਰੈਕਟ ਹੋ ਜੂ ਆਪਣਾ ਲਈ। when we go from the specific example ਤੋਂ ਜੋ ਟੂ ਆਪਾਂ ਜਨਰਲਾਈਜੇਸ਼ਨ ਵੱਲ ਚੱਲਦੇ ਹਾਂ ਇਨ ਸਾਇੰਸ ਦੇ ਵਿੱਚ, we are using
ਆਪਾਂ यूज़ करते हैं कि डिडक्टिव अप्रोच यूज़ करते हैं, इंडक्टिव अप्रोच यूज़ या हाइपोथेटिकल मैथड या इंचुएटिव मैथड यूज़ करते हैं। देखो डिडक्टिव मैथड ਦੇ ਵਿੱਚ ਕੀ ਕਰਦੇ ਹਾਂ ਆਪਾਂ ਜਨਰਲ ਟੂ ਐਗਜ਼ਾਮਪਲ ਚੱਲਦੇ ਹਾਂ ਜੀ, ਟੂ ਐਗਜ਼ਾਮਪਲ ਜਾਂਦੇ ਆਪਾਂ, ਤਾਂ ਇਹ ਤਾਂ ਹੋ ਨਹੀਂ ਸਕਦਾ, ਆਪਾਂ ਨੇ ਕਿੱਧਰ ਨੂੰ ਜਾਣਾ ਐਗਜ਼ਾਮਪਲ ਟੂ ਜਰਨਲ, ਟੂ ਜਰਨਲ, ਤਾਂ ਇਹ ਕਿਹਦੇ ਵਿੱਚ ਹੁੰਦਾ ਇੰਡਕਟਿਵ ਦੇ ਵਿੱਚ ਹੁੰਦਾ, ਆਪਸ਼ਨ ਨੰਬਰ ਬੀ ਕਰੈਕਟ ਹੋ ਜੂਗੀ। ਹਾਈਪੋਥੈਟੀਕਲ ਦੇ ਵਿੱਚ ਕੀ ਹੁੰਦਾ ਕਿ ਆਪਾਂ ਕੀ ਕਰਦੇ ਹਾਂ ਇੱਕ ਜਨਰਲ ਪ੍ਰੈਡਿਕਸ਼ਨ ਕਰਦੇ ਹਾਂ ਇਹਦੇ ਵਿੱਚ ਜੀ, ਮੰਨ ਲੈਂਦੇ ਹਾਂ ਕਿ ਇਹ ਚੀਜ਼ ਹੋ ਸਕਦੀ ਹੈ, ਠੀਕ ਹੈ ਨਾ, ਜਿਹਦੇ ਵਿੱਚ ਜਨਰਲ ਪ੍ਰੈਡਿਕਸ਼ਨ। ਇੰਚੁਏਟਿਵ ਦੇ ਵਿੱਚ ਮੈਥਡ ਦੇ ਵਿੱਚ ਕੀ ਕਰਦਾ ਆਪਾਂ ਇਮੋਸ਼ਨ ਵਗੈਰਾ, ਠੀਕ ਹੈ ਨਾ, ਗਟਸ ਵਗੈਰਾ ਇਹ ਯੂਜ਼ ਕਰਦੇ ਹਾਂ, ਇਮੋਸ਼ਨ ਹੋ ਗਏ, ਗਟਸ ਹੋ ਗਏ, ਫੀਲਿੰਗ ਹੋ ਗਈਆਂ ਆਪਣੇ ਲਵੇ, ਠੀਕ ਹੈ ਨਾ, ਬਿਲੀਵਸ ਵਗੈਰਾ ਵੀ ਕਹਿ ਸਕਦੇ ਹਾਂ ਆਪਾਂ, ਠੀਕ ਹੈ ਨਾ, ਜਿਹੜੀ ਵੀ ਬਿਲੀਵਿੰਗ ਹੁੰਦੀ ਹੈ ਆਪਣੀ ਉਹ ਯੂਜ਼ ਕਰਕੇ ਆਪਾਂ ਕੀ ਬਣਾਉਂਦੇ ਹਾਂ ਅਪਰੋਚ ਕਰਦੇ ਹਾਂ ਜੀ। ਤਾਂ ਇਸ ਦੇ ਵਿੱਚ ਆਪਸ਼ਨ ਨੰਬਰ ਬੀ ਕਰੈਕਟ ਹੋ ਜੂਗਾ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 148, ਰਿਸਰਚ indicate that the learner at the upper primary and the secondary level have many misconception ਹੁੰਦੀਆਂ ਨੇ ਕਿ ਲੋਅਰ ਲੈਵਲ 'ਤੇ ਵੀ ਔਰ ਅੱਪਰ ਲੈਵਲ 'ਤੇ ਵੀ ਇਨ ਦੀ ਸਾਇੰਸ ਦੇ ਵਿੱਚ ਰਿਲੇਟਡ ਟੂ ਦੀ ਕਨਸੈਪਟ ਦੇ ਵਿੱਚ, ਯਾਨੀ ਕਿ ਬੱਚਿਆਂ ਦੇ ਵਿੱਚ ਇਹ ਚੀਜ਼ ਅਕਸਰ ਦੇਖਣ ਨੂੰ ਮਿਲਦੀ ਹੈ ਕਿ ਮਿਸਕਨਸੈਪਸ਼ਨ ਬਹੁਤ ਜ਼ਿਆਦਾ ਪਾਈ ਜਾਂਦਾ। ਦੀ ਰੀਜ਼ਨ ਫॉर ਦਿਸ ਮਿਸਕਨਸੈਪਸ਼ਨ ਇਜ਼, ਤਾਂ ਰੀਜ਼ਨ ਕੀ ਹੈ ਜੀ, ਫੈਮਿਲੀ ਬਿਲੀਵਸ ਹੁੰਦੇ ਨੇ, ਸੋਸ਼ਲਾਈਜੇਸ਼ਨ ਹੁੰਦੀ ਹੈ, ਐਕਸਪੈਰੀਮੈਂਟ ਜਾਂ ਟੀਚਰ ਪੁਆਇੰਟ ਆਫ ਵਿਊ ਹੁੰਦਾ ਹੈ। ਅਤੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਰੋਲ ਅਦਾ ਕਰਦੀਆਂ ਨੇ ਜੀ, ਫੈਮਿਲੀ ਹੋਵੇ ਚਾਹੇ ਸੋਸ਼ਲ ਐਕਸਪੈਰੀਮੈਂਟ ਹੋਵੇ, ਮੀਨ ਸੁਸਾਇਟੀ ਹੋਵੇ ਜਾਂ ਟੀਚਰ ਹੋਵੇ, ਤਾਂ ਸਾਰੇ ਦੇ ਸਾਰੇ ਆਲ ਆਫ ਦੀ ਅਬਵ ਕਰੈਕਟ ਹੋ ਜੂਗਾ ਜੀ। ਕੁਐਸਚਨ ਨੰਬਰ 149 ਦੇਖੋ ਜੀ, ਦੀ ਮੀਨਿੰਗਫੁਲ ਲਰਨਿੰਗ ਯਾਨੀ ਕਿ ਜਿਹੜੀ ਯੂਜ਼ਫੁਲ ਲਰਨਿੰਗ ਹੋਊਗੀ ਇਨ ਸਾਇੰਸ ਟੇਕਸ ਪਲੇਸ ਵੈਨ ਡੈਫੀਨੇਸ਼ਨ ਆਰ ਸਟੇਟ ਫੁਲੀ, ਯਾਨੀ ਕਿ ਡੈਫੀਨੇਸ਼ਨ ਆਪਾਂ ਪੂਰੀ ਤਰ੍ਹਾਂ ਸਮਝਾ ਦਈਏ ਬੱਚਿਆਂ ਨੂੰ। ਕੰਸੈਪਟ ਆਰ ਡਿਵੈਲਪ ਥਰੂ ਦੀ ਸਟੂਡੈਂਟ ਰੀਜ਼ਨਿੰਗ, ਯਾਨੀ ਕਿ ਜਿਹੜਾ ਕੰਸੈਪਟ ਆ ਬੱਚਿਆਂ ਨੂੰ ਕੀ ਕਰ ਰਿਹਾ ਉਹ ਡਿਵੈਲਪਮੈਂਟ ਬੱਚੇ ਨੂੰ ਪੂਰਾ ਐਕਸਪਲੇਨ ਕਰਦੀ ਹੈ, ਔਰ ਬੱਚੇ ਜਦੋਂ ਕੰਸੈਪਟ ਪੂਰੀ ਤਰ੍ਹਾਂ ਵਿਦ ਰੀਜ਼ਨ ਸਮਝ ਆ ਜੂਗਾ ਤਾਂ ਆਪਾਂ ਕੀ ਕਹਾਂਗੇ ਕਿ ਉਹ ਬੱਚਾ ਆਪਣੇ ਆਪ ਹੀ ਮੀਨਿੰਗਫੁਲ ਲਰਨਿੰਗ ਕਰ ਰਿਹਾ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 150, the importance of the investigated project in science at the school can be highlighted by the fact that they are the integral part of the continuous and the comprehensive evaluation and they hence cannot be done away from। ਨਹੀਂ ਇਹ ਨਹੀਂ ਹੋ ਸਕਦਾ ਜੀ, ਯਾਨੀ ਕਿ ਲਗਾਤਾਰ ਆਪਾਂ ਇਸ ਦੇ ਵਿੱਚ ਯਾਨੀ ਕਿ ਜੁੜਿਆ ਰਹੇ ਔਰ ਕੰਪਰੇਟਿਵ ਵਿਆਪਕ ਤੌਰ 'ਤੇ ਆਪਾਂ ਇਹਦੀ ਇਵੈਲਿਊਏਸ਼ਨ ਕਰੀਏ, ਠੀਕ ਹੈ ਨਾ ਜੀ। ਨੈਕਸਟ ਹੈ ਜੀ ਬ੍ਰੇਕ ਦੀ ਮੋਨੋਟੋਨੀ ਆਫ ਟਾਕ ਐਂਡ ਚਾਕ ਮੈਥਡ ਯੂਜ਼ ਕਰੀਏ, ਨਹੀਂ ਜੀ। ਮੈਕ ਦੀ ਸਟੂਡੈਂਟ ਹਾਰਡ ਵਰਕ ਐਂਡ ਦੀ ਲੇਬਰਸ, ਯਾਨੀ ਕਿ ਸਟੂਡੈਂਟ ਨੂੰ ਕੀ ਬਣਾਈਏ ਹਾਰਡ ਵਰਕਰ ਬਣਾਈਏ ਔਰ ਇੱਕ ਤਰ੍ਹਾਂ ਦਾ ਲੇਬਰ ਕਰਨ ਵਾਲਾ ਕੰਮ ਹੀ ਕਰੀ ਜਾਵੇ ਉਹ। ਨੈਕਸਟ ਹੈ ਜੀ ਮੇਕ ਦੀ ਸਟੂਡੈਂਟ ਐਕਸਪਲੋਰੇਟਿਵ ਮੀਨਸ ਉਹਨੂੰ ਖੋਜੀ ਬਣਾਈਏ, ਯਾਨੀ ਕਿ ਉਹ ਜਾਂਚ ਕਰਨ ਦਾ ਬਣਾਏ, ਔਰ ਇਨਕੁਐਸਟਿਕ ਬਣਾਈਏ, ਯਾਨੀ ਕਿਊਰੀਅਸ ਮੀਨਸ ਉਹ ਲਗਾਤਾਰ ਲਰਨਿੰਗ ਕਰਦਾ ਰਹੇ, ਯਾਨੀ ਕਿ ਬੱਚੇ ਦੇ ਵਿੱਚ ਇਹ ਭਾਵਨਾ ਪੈਦਾ ਕਰੀਏ ਕਿ ਜ਼ਿਆਦਾ ਪੜ੍ਹੇ ਔਰ ਜ਼ਿਆਦਾ ਉਹ ਖੋਜੀ ਬਣੇ, ਤਾਂ ਆਪਸ਼ਨ ਨੰਬਰ ਡੀ ਕਰੈਕਟ ਹੋ ਜੂਗੀ। ਇਹ ਜੀ ਆਪਣੇ ਸਾਇੰਸ ਦੇ ਕੁਐਸਚਨ 121 ਤੋਂ ਲੈ ਕੇ 150 ਤੱਕ ਇਹ ਹੈਗਾ ਜੀ ਆਪਣਾ ਅਗਸਤ 2014 ਦਾ ਜੀ ਪੇਪਰ ਕੰਪਲੀਟ ਹੋ ਗਿਆ ਆਪਣਾ।